ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਂਡਵਾਂ ਨੇ ਜਿਸ ਵਕਤ ਮਹਾਭਾਰਤ ਦਾ ਯੁੱਧ ਫਤਿਹ ਕਰ ਲਿਆ, ਉਸ ਤੋਂ ਬਾਅਦ ਉਹ ਰਾਜ ਕਰਦੇ ਹਨ। ਕ੍ਰਿਸ਼ਨ ਮਹਾਰਾਜ ਜੀ ਨਾਲ ਬਾਤਚੀਤ ਹੋਈ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ 10-15 ਦਿਨਾਂ ਨੂੰ ਕਲਯੁਗ ਨੇ ਸ਼ੁਰੂ ਹੋ ਜਾਣਾ ਹੈ। ਪਾਂਡਵ ਪੁੱਛਣ ਲੱਗੇ, ਮਹਾਰਾਜ ਕਲਯੁਗ ਦੇ ਕੀ ਲੱਛਣ ਹੋਣਗੇ? ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ ਕਿ ਸਾਰੇ ਪਾਪ ਫੈਲ ਜਾਵੇਗਾ ਤੇ ਧਰਮ ਦੇ ਪੈਰ ਟੁੱਟ ਜਾਣਗੇ, ਆਪਸ ਵਿੱਚ ਨਫ਼ਰਤ ਫੈਲ ਜਾਏਗੀ। ਕਹਿਣ ਲੱਗੇ ਕਿ ਜੇ ਚੰਗੀ ਤਰ੍ਹਾਂ ਦੇਖਣਾ ਹੈ ਤਾਂ ਆਪ ਨੂੰ ਪਤਾ ਲੱਗ ਜਾਏਗਾ। ਤੁਹਾਡੇ ਪਾਸ ਕੋਈ ਮੁਕੱਦਮਾ ਆਇਆ ਹੋਇਆ? ਕਹਿਣ ਲੱਗੇ, ਹਾਂ ਜੀ। ਪਾਂਡਵ ਦੱਸਣ ਲੱਗੇ ਕਿ ਮਹਾਰਾਜ, ਇੱਕ ਮੁਕੱਦਮਾ ਬੜਾ ਅਜੀਬ ਆਇਆ ਹੈ ਕਿ ਇੱਕ ਕਿਸਾਨ ਨੇ ਆਪਣੀ ਜ਼ਮੀਨ ਵੇਚੀ ਹੈ। ਖਰੀਦਣ ਵਾਲਾ ਜੋ ਜ਼ਮੀਨ ਦਾ ਨਵਾਂ ਮਾਲਕ ਬਣਿਆ, ਉਹ ਜਦੋਂ ਖੂਹ ਲਾਉਣ ਲੱਗਿਆ ਤਾਂ ਜ਼ਮੀਨ ਦੇ ਵਿੱਚੋਂ ਸੋਨੇ ਦੀਆਂ ਅਸ਼ਰਫੀਆਂ ਦੀ ਭਰੀ ਹੋਈ ਇੱਕ ਗਾਗਰ ਨਿਕਲ ਆਈ। ਉਸ ਨੇ ਅਰਜ਼ੀ ਦਿੱਤੀ ਹੈ ਕਿ ਮੈਂ ਇਹ ਜ਼ਮੀਨ ਜਿਸ ਤੋਂ ਖਰੀਦੀ ਹੈ, ਉਸ ਨੂੰ ਮੈਂ ਗਾਗਰ ਵਾਪਸ ਕਰਨ ਗਿਆ ਤਾਂ ਉਸ ਨੇ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਹ ਗਾਗਰ ਉਸ ਦੀ ਹੈ। ਮੇਰਾ ਇਸ ਸੋਨੇ ਦੀ ਗਾਗਰ ਤੇ ਕੋਈ ਹੱਕ ਨਹੀਂ ਹੈ, ਕਿਉਂਕਿ ਮੈਂ ਜ਼ਮੀਨ ਖਰੀਦੀ ਹੈ, ਪਰੰਤੂ ਇਸ ਦੇ ਵਿੱਚ ਦੱਬਿਆ ਹੋਇਆ ਧਨ ਨਹੀਂ ਖਰੀਦਿਆ। ਦੂਸਰਾ ਕਹਿੰਦਾ ਹੈ ਕਿ ਮੈਂ ਜ਼ਮੀਨ ਵੇਚ ਦਿੱਤੀ ਹੈ। ਜੋ ਕੁਝ ਵੀ ਜ਼ਮੀਨ ਦੇ ਅੰਦਰ ਹੈ, ਸਭ ਖਰੀਦਣ ਵਾਲੇ ਦੀ ਮਲਕੀਅਤ ਹੁੰਦੀ ਹੈ। ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ, ਹਾਲੇ ਇਸ ਕੇਸ ਦਾ ਫੈਸਲਾ ਨਾ ਕਰਿਓ ਤੇ ਕੁਝ ਦਿਨ ਇੰਤਜ਼ਾਰ ਕਰੋ। 1-2 ਮਹੀਨੇ ਅੱਗੇ ਪਾ ਦਿਓ, ਫਿਰ ਇਸ ਦਾ ਫੈਸਲਾ ਕਰਨਾ। ਬਾਕੀ ਤੁਸੀਂ ਕਲਯੁਗ ਬਾਰੇ ਸਵਾਲ ਕੀਤਾ ਹੈ, ਉਹ ਆਪ ਨੂੰ ਪਤਾ ਲੱਗ ਜਾਵੇਗਾ। ਸਵੇਰੇ ਅੰਮ੍ਰਿਤ ਵੇਲੇ ਜਿਸ ਵੇਲੇ ਤੁਸੀਂ ਬੰਦਗੀ ਕਰੋਗੇ, ਉਸ ਵੇਲੇ ਜਿਹੜੇ ਆਪ ਦੇ ਸਾਹਮਣੇ ਨਜ਼ਾਰੇ ਆਉਣਗੇ, ਉਹਨਾਂ ਨੂੰ ਧਿਆਨ ਦੇ ਨਾਲ ਦੇਖਿਓ। 5 ਪਾਂਡਵ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ ਤੇ ਚੌਕੜੀ ਮਾਰ ਕੇ ਇਕਾਗਰ ਹੋ ਕੇ ਬੈਠ ਗਏ। ਮਨ ਨੂੰ ਇਕਾਗਰ ਕਰਨਾ ਸ਼ੁਰੂ ਕੀਤਾ। ਪਹਿਲਾ ਪਾਂਡਵ ਕਹਿਣ ਲੱਗਿਆ, ਮੈਂ ਬੈਲ ਦੇ 3 ਪੈਰ ਟੁੱਟੇ ਦੇਖੇ ਹਨ ਤੇ ਉਹ ਇੱਕ ਪੈਰ ਤੇ ਭਾਰ ਖੜਾ ਹੈ ਤੇ ਉਸ ਨੂੰ ਵੀ ਤੋੜਿਆ ਜਾ ਰਿਹਾ ਹੈ, ਤੇ ਇਹ ਕੀ ਹੋਇਆ ਮਹਾਰਾਜ? ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ, ਧਰਮ ਦੇ 3 ਪੈਰ ਟੁੱਟ ਚੁੱਕੇ ਹਨ ਤੇ ਹੁਣ ਚੌਥਾ ਟੁੱਟਣ ਵਾਲਾ ਹੈ। ਧਰਮ ਦੇ 4 ਪੈਰ ਹੁੰਦੇ ਹਨ, ਰਾਜਾ, ਤੀਰਥ, ਸੰਤ ਮਹਾਤਮਾ ਤੇ ਸਤ ਸ਼ਾਸਤਰ। ਕਲਯੁਗ ਦੇ ਅੰਦਰ ਰਾਜਾ ਪਾਪ ਕਰੇਗਾ, ਟੈਕਸ ਲਾਏਗਾ, ਪਰਜਾ ਨੂੰ ਦੁਖੀ ਕਰੇਗਾ। ਦੂਜਾ ਪੈਰ ਹੈ ਤੀਰਥ। ਤੀਰਥਾਂ ਦੇ ਉੱਤੇ ਵਿਵਚਾਰ ਫੈਲ ਜਾਏਗਾ, ਤੀਰਥਾਂ ਦੇ ਉੱਤੇ ਜਾ ਕੇ ਵੀ ਲੋਕ ਪਾਪ ਕਰਨਗੇ। ਤੀਜਾ ਜੋ ਸਤ ਸ਼ਾਸਤਰ ਹੈ, ਉਸ ਦੇ ਰਾਹੀਂ ਲੋਕਾਂ ਦਾ ਕਲਿਆਣ ਹੁੰਦਾ ਹੈ, ਪਰ ਉਸ ਦੇ ਵਿੱਚ ਵੀ ਮਿਲਾਵਟਾਂ ਹੋ ਜਾਣਗੀਆਂ। ਚੌਥਾ ਸੰਤ ਵੀ ਕੋਈ ਵਿਰਲਾ ਹੀ ਰਹੇਗਾ, ਬਾਕੀ ਸਭ ਪਖੰਡ ਕਰਨ ਲੱਗ ਜਾਣਗੇ। ਦੂਜਾ ਕਹਿਣ ਲੱਗਿਆ, ਮਹਾਰਾਜ ਮੈਨੂੰ ਖੂਹ ਦਾ ਨਜ਼ਾਰਾ ਦਿਸਿਆ ਹੈ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਇਹ ਕਲਯੁਗ ਦਾ ਭਾਈਚਾਰਾ ਦਿਖਾਇਆ ਹੈ। ਸਖੇ ਭਰਾ, ਰਿਸ਼ਤੇਦਾਰ ਆਪਸ ਵਿੱਚ ਵੈਰ ਕਰਨਗੇ ਅਤੇ ਤੀਸਰੇ ਦੇ ਨਾਲ ਜਾ ਕੇ ਦੋਸਤੀ ਪਏਗੀ ਤੇ ਪਿਆਰ ਪਏਗਾ। ਤੀਸਰਾ ਪਾਂਡਵ ਕਹਿਣ ਲੱਗਿਆ, ਮਹਾਰਾਜ ਮੈਂ ਹੰਸ ਦੇਖਿਆ, ਜਿਸ ਦੇ ਖੰਭਾਂ ਦੇ ਵੈਦਾਂ ਦੇ ਸ਼ਲੋਕ ਲਿਖੇ ਸਨ, ਪਰੰਤੂ ਕੀੜੇ ਮਕੌੜੇ ਖਾ ਰਿਹਾ ਸੀ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਇਸ ਦ੍ਰਿਸ਼ਟਾਂਤ ਵਿੱਚ ਕਲਯੁਗ ਦੇ ਪ੍ਰਚਾਰਕਾਂ ਦਾ ਹਾਲ ਦੱਸਿਆ ਹੈ ਕਿ ਉਹ ਨਾਮ ਜਪਣਾ ਛੱਡ ਦੇਣਗੇ, ਸੇਵਾ ਕਰਨੀ ਛੱਡ ਦੇਣਗੇ ਅਤੇ ਭਗਤੀ ਕਰਨੀ ਛੱਡ ਦੇਣਗੇ ਤੇ ਇਸ ਦੀ ਥਾਂ ਤੇ ਵਿਸ਼ੇ ਵਿਕਾਰਾਂ ਵਿੱਚ ਪ੍ਰਵਿਰਤ ਹੋ ਜਾਣਗੇ। ਚੌਥਾ ਪਾਂਡਵ ਕਹਿਣ ਲੱਗਿਆ, ਮਹਾਰਾਜ ਮੈਨੂੰ ਗਊ ਦਾ ਦ੍ਰਿਸ਼ਟਾਂਤ ਦਿਸਿਆ ਹੈ ਕਿ ਬੱਚੀ ਨੂੰ ਦੁੱਧ ਚੁੰਘਾਉਣ ਦੀ ਥਾਂ ਉਸ ਨੂੰ ਚੁੰਘ ਰਹੀ ਹੈ। ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ, ਕਲਯੁਗ ਵਿੱਚ ਕੰਨਿਆ ਦਾਨ ਦੇਣ ਦੀ ਥਾਂ ਲੋਕ ਲੜਕੀਆਂ ਨੂੰ ਨੌਕਰੀ ਕਰਵਾ ਕੇ ਉਹਨਾਂ ਦੀ ਕਮਾਈ ਖਾਣਗੇ। ਪੰਜਵਾਂ ਯੁਧਿਸ਼ਟਰ ਸੀ, ਕਹਿਣ ਲੱਗਿਆ ਕਿ ਮਹਾਰਾਜ ਮੈਨੂੰ ਪਹਾੜ ਤੋਂ ਲੱਖਾਂ ਮਣਾਂ ਦਾ ਪੱਥਰ ਰੁੜਦਾ ਦਿਸਿਆ, ਜੋ ਕਿ ਸਭ ਕਾਸੇ ਨੂੰ ਮਲੀਆ ਮੇਟ ਕਰਦਾ ਹੋਇਆ ਜਾ ਰਿਹਾ ਹੈ ਤੇ ਦਰਖਤਾਂ ਨੂੰ ਵੀ ਇਸ ਤਰ੍ਹਾਂ ਤੋੜਦਾ ਆਉਂਦਾ ਹੈ ਜਿਵੇਂ ਕਿ ਕਾਨੇ ਦੇ ਤੀਲੇ ਨੂੰ ਤੋੜੀਦਾ ਹੈ। ਪਰੰਤੂ ਇੱਕ ਘਾਹ ਦਾ ਤੀਲਾ ਅੱਗੇ ਆ ਗਿਆ ਤੇ ਉਸ ਨੇ ਨਾਲ ਹੀ ਉਹ ਰੋਕ ਦਿੱਤਾ। ਕ੍ਰਿਸ਼ਨ ਜੀ ਕਹਿਣ ਲੱਗੇ ਕਿ ਕਲਯੁਗ ਨੇ
ਇਹ ਗੱਲ ਦੱਸੀ ਹੈ ਕਿ ਮੇਰੇ ਰਾਜ ਦੇ ਅੰਦਰ ਵਰਤ, ਸੰਜਮ, ਤੀਰਥ ਯਾਤਰਾ, ਹੋਰ ਜਗ ਆਦਿ ਇਹਨਾਂ ਦਾ ਕੋਈ ਮੁੱਲ ਨਹੀਂ ਰਹਿਣਾ। ਇਹਨਾਂ ਨੂੰ ਸਾਰਿਆਂ ਨੂੰ ਤੋੜ ਦੇਣਾ ਹੈ। ਇਹ ਘਾਹ ਦਾ ਤੀਲਾ 2 ਅੱਖਰ ਦਾ ਨਾਮ ਹੈ ਰਾਮ, 2 ਅੱਖਰ ਦਾ ਨਾਮ ਹੈ ਅੱਲਾ, 4 ਅੱਖਰ ਦਾ ਨਾਮ ਹੈ ਵਾਹਿਗੁਰੂ ਨਾਰਾਇਣ। ਇਸ ਨਾਮ ਦੇ ਨਾਂ ਵਿੱਚ ਐਨੀ ਸ਼ਕਤੀ ਹੋਏਗੀ, ਪਾਪਾਂ ਨੂੰ ਰੋਕ ਲਏਗਾ। ਕਲਯੁਗ ਦੇ ਅੰਦਰ ਕੇਵਲ ਨਾਮ ਦੀ ਮਹਿਮਾ ਹੋਏਗੀ ਤੇ ਬਾਕੀ ਕਰਮ ਧਰਮ ਸਾਰੇ ਛੁੱਟ ਜਾਣਗੇ ਤੇ ਉਹਨਾਂ ਦਾ ਕੋਈ ਫਲ ਪ੍ਰਾਪਤ ਨਹੀਂ ਹੋਏਗਾ। ਇਸ ਤਰ੍ਹਾਂ ਜਦੋਂ ਕ੍ਰਿਸ਼ਨ ਮਹਾਰਾਜ ਦੇ ਮੁਖੋਂ ਇਹ ਵਾਰਤਾ ਸੁਣੀ ਤਾਂ ਪਾਂਡਵ ਕਹਿਣ ਲੱਗੇ, ਕਲਯੁਗ ਤਾਂ ਬੜਾ ਮਾੜਾ ਯੁੱਗ ਹੈ, ਇਸ ਦੇ ਵਿੱਚ ਤਾਂ ਰਹਿਣਾ ਹੀ ਨਹੀਂ ਚਾਹੀਦਾ। ਇਸ ਤਰ੍ਹਾਂ ਦੀ ਵਿਚਾਰ ਸਰਵਣ ਕਰਦਿਆਂ 2 ਮਹੀਨੇ ਗੁਜ਼ਰ ਗਏ। ਉਸ ਮੁਕੱਦਮੇ ਦੀ ਪੇਸ਼ੀ ਦਾ ਟਾਈਮ ਵੀ ਆ ਗਿਆ। 2 ਮਹੀਨੇ ਬਾਅਦ ਜਦੋਂ ਪੇਸ਼ੀ ਹੋਈ, ਇਸ ਲਈ ਹੁਣ ਜਦੋਂ ਉਹ ਮੁਕੱਦਮਾ ਪੇਸ਼ ਹੋਇਆ ਤਾਂ ਦੋਵਾਂ ਦੇ ਬਿਆਨ ਬਦਲ ਗਏ। ਪਹਿਲਾ ਕਹਿਣ ਲੱਗਿਆ ਕਿ ਮੈਂ ਤਾਂ ਆਪਣਾ ਮੁਕੱਦਮਾ ਵਾਪਸ ਲੈਂਦਾ ਹਾਂ, ਕਿਉਂਕਿ ਮੈਂ ਜ਼ਮੀਨ ਖਰੀਦੀ ਹੈ ਤੇ ਇਸ ਦੇ ਵਿੱਚ ਜੋ ਕੁਝ ਵੀ ਦੱਬਿਆ ਹੋਇਆ ਉਸ ਤੇ ਮੇਰਾ ਹੱਕ ਹੈ। ਦੂਸਰੇ ਨੇ ਕਿਹਾ, ਮੈਂ ਸਿਰਫ ਜ਼ਮੀਨ ਵੇਚੀ ਹੈ, ਪਰ ਇਸ ਵਿੱਚ ਦੱਬਿਆ ਹੋਇਆ ਮਾਲ ਕੁਝ ਵੀ ਨਹੀਂ ਵੇਚਿਆ। ਸੋਨੇ ਦੀ ਗਾਗਰ ਮੇਰੀ ਹੈ, ਇਸ ਤੇ ਮੇਰਾ ਹੱਕ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮੁਕੱਦਮੇ ਨੇ ਕਲਯੁਗੀ ਪ੍ਰਭਾਵ ਕਾਰਨ ਨਵਾਂ ਰੂਪ ਧਾਰਨ ਕਰ ਲਿਆ। ਕਲਯੁਗ ਨੇ ਖਿਆਲ ਬਦਲ ਦਿੱਤੇ, ਪਰੰਤੂ ਕੋਈ ਤਾਰਾ, ਕੋਈ ਗ੍ਰਹਿ, ਚੰਦ, ਸੂਰਜ ਕੁਝ ਨਹੀਂ ਬਦਲਿਆ। ਬਸ ਲੋਕਾਂ ਦੇ ਖਿਆਲਾਂ ਵਿੱਚ ਹੀ ਫਰਕ ਪੈ ਗਿਆ। ਖਿਆਲਾਂ ਦੇ ਵਿੱਚ ਫਰਕ ਪੈਣ ਕਾਰਨ ਇਸ ਨੂੰ ਕਲਯੁਗ ਆਖਿਆ ਜਾਂਦਾ ਹੈ। ਵਾਹਿਗੁਰੂ ਜੀ।